ਸਤਿ ਸ੍ਰੀ ਅਕਾਲ ਜੀ। ਮੈਂ ਹਾਂ ਬੀਨੂ ਸ਼ਰਮਾ। ਤੁਸੀਂ ਦੇਖ ਰਹੇ ਹੋ ਤੇਜ਼ ਪੰਜਾਬ ਨਿਊਜ਼। ਜਿੱਥੇ ਨਵਜੋਤ ਸਿੰਘ ਸਿੱਧੂ ਦੁਆਰਾ ਜਿਹੜੀ ਇੱਕ ਟਵੀਟ ਜਾਂ ਬਿਆਨਬਾਜ਼ੀ ਕਹਿ ਸਕਦੇ ਹਾਂ ਉਹ ਜਾਰੀ ਕੀਤੀ ਗਈ ਹੈ, ਜਿਹੜੇ ਸਾਰੇ ਲੀਡਰਸ ਉਹਨਾਂ ਦੇ ਹੱਕ ਵਿੱਚ ਬੋਲਦੇ ਹੋਏ ਨਜ਼ਰ ਆ ਰਹੇ ਨੇ। ਕੀ ਏਜੰਡਾ ਹੋ ਸਕਦਾ ਕਿ ਮਨਦੀਪ ਮੰਨਾ ਵੱਲੋਂ ਜਿਹੜਾ ਵੀਡੀਓ ਜਾਰੀ ਕੀਤਾ ਗਿਆ ਕਾਫੀ ਵਾਇਰਲ ਹੋ ਰਿਹਾ ਸੋਸ਼ਲ ਮੀਡੀਆ 'ਤੇ, ਹਰ ਇੱਕ ਨਿਊਜ਼ ਚੈਨਲ ਉਹਨੂੰ ਦਿਖਾ ਰਿਹਾ। ਕੀ ਕਾਰਨ ਹੋ ਸਕਦਾ ਹੈ ਜਿੱਥੇ ਨਵਜੋਤ ਸਿੰਘ ਸਿੱਧੂ ਅਤੇ ਚੰਨੀ ਦੁਆਰਾ ਅੱਜ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਸਾਂਝੀ ਕਾਨਫਰੰਸ ਦਾ ਨਾਮ ਦਿੱਤਾ ਗਿਆ ਹੈ। ਕੀ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਸਾਂਝੀ ਖਿਚੜੀ ਪਕਾ ਰਹੇ ਨੇ? ਕੀ ਬਾਰ-ਬਾਰ ਮੀਟਿੰਗ ਕਰਨ ਦਾ ਜਿਹੜਾ ਮਕਸਦ ਹੈ ਕੀ ਹੋ ਸਕਦਾ ਹੈ? ਕੀ ਉਹਨਾਂ ਦੇ ਦਿਮਾਗ ਵਿੱਚ ਚੱਲ ਰਿਹਾ? ਇਸ ਖਾਸ ਮੌਕੇ 'ਤੇ ਮੇਰੇ ਨਾਲ ਗੱਲਬਾਤ ਕਰਨ ਲਈ ਗੁਰਪ੍ਰੀਤ ਸਿੰਘ ਢਿੱਲੋਂ ਜੀ ਮੌਜੂਦ ਨੇ, ਬੀਜੇਪੀ ਪ੍ਰਵਕਤਾ ਚੰਡੀਗੜ੍ਹ ਤੋਂ। ਉਹਨਾਂ ਨਾਲ ਖਾਸ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕਿ ਸਰਕਾਰ ਚਾਹੁੰਦੀ ਕੀ ਹੈ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ, ਬਹੁਤ-ਬਹੁਤ ਸਤਿ ਸ਼੍ਰੀ ਅਕਾਲ। ਗੁਰਪ੍ਰੀਤ ਜੀ, ਜਿਹੜੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਮਨਦੀਪ ਮੰਨਾ ਜੀ ਦੀ, ਜਿਹੜੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਫੇਵਰ 'ਚ ਬੋਲਿਆ, ਕੀ ਸੋਚ ਕੇ ਬੋਲਿਆ? ਤੁਸੀਂ ਕਿੰਨਾ ਕੁ ਸਹਿਮਤ ਉਹਦੇ ਨਾਲ? ਜੇ ਸਹਿਮਤ ਹੋ ਤਾਂ ਕੀ ਹੈ, ਜੇ ਅਸਹਿਮਤ ਹੋ ਤਾਂ ਕੀ ਕਾਰਨ ਹੈ? ਦੇਖੋ, ਮਨਦੀਪ ਮੰਨਾ ਦੀ ਜਿਹੜੀ ਵੀਡੀਓ ਮੈਂ ਦੇਖੀ ਹੈ, ਜਾਂ ਮੈਂ ਜਿੰਨਾ ਕੁ ਉਹਨੂੰ ਸਮਝ ਪਾਇਆ ਉਸ ਵੀਡੀਓ ਨੂੰ, ਉਹਦੇ 'ਚ ਉਹਨਾਂ ਨੇ ਤਕਰੀਬਨ ਵਿਅੰਗ ਕੀਤੇ ਨੇ। ਉਹ ਕੋਈ ਹੱਕ 'ਚ ਬੋਲਣ ਵਾਲੀ ਗੱਲ ਮੈਨੂੰ ਨਹੀਂ ਲੱਗਦੀ। ਉਹ ਇੱਕ ਵਿਅੰਗਾਤਮਕ ਤਰੀਕੇ ਨਾਲ ਕਿ ਕਿਉਂਕਿ ਪੁਰਾਣੇ ਸਮੇਂ ਦਾ ਪਤਾ ਸਭ ਨੂੰ, ਸਿੱਧੂ ਸਾਹਿਬ ਆਪਣੀ ਗੱਲ ਤੋਂ ਭੱਜ ਜਾਂਦੇ ਰਹੇ ਨੇ, ਬਹਾਨਾ ਲੱਭ ਲੈਂਦੇ ਰਹੇ ਨੇ। ਬਟ ਅੱਜ ਉਹ ਕਿਵੇਂ ਉਸ ਗੱਲ 'ਤੇ ਟਿਕੇ ਰਿਓ ਵਾਰ-ਵਾਰ ਮਨਦੀਪ ਮੰਨਾ ਇਹ ਗੱਲ ਕਹਿ ਰਿਹਾ ਹੈ, ਇਟ ਮੀਨਸ ਉਹ ਵਿਅੰਗ ਕਰ ਰਿਹਾ ਵੀ ਸਿੱਧੂ ਸਾਹਿਬ ਕਿਤੇ ਹੁਣ ਫੇਰ ਲੋਕਾਂ ਨੂੰ ਇਹ ਭਰਮ ਭੁਲੇਖਾ ਪਾ ਕੇ ਕਿ 2-3 ਮਹੀਨਿਆਂ ਦੇ ਸਰਕਾਰ ਜਿਹੜੀ ਇਹ ਹੈਗੀ ਹੈ, ਇਹਦੇ ਵਿੱਚ ਵੱਡੇ ਸ਼ਬਦਬਾਜ਼ ਦਿਖਾ ਕੇ ਲੋਕਾਂ ਨੂੰ ਅਤੇ ਇਹਨਾਂ ਨੂੰ ਠੱਗਣ ਦੀ ਕੋਸ਼ਿਸ਼ ਨਾ ਕਰਿਓ। ਵੀ ਲੋਕ ਸਮਝਦੇ ਨੇ, ਸਿਆਣੇ ਨੇ ਕਿ ਤੁਸੀਂ ਅੱਜ ਚਿਹਰਾ ਇੱਕ ਵਿਖਾਤਾ। ਮੈਂ ਇੱਕ ਗੱਲ ਕਹਿਣਾ ਹੁੰਦਾ ਵੀ ਉਹ ਰਿਮੋਟ ਵਾਲਾ TV ਭਾਲਦੇ ਸੀਗੇ, ਹੁਣ ਉਹ ਜਿਹੜਾ TV ਆਇਆ ਯਾਨੀ ਕਿ ਚੀਫ ਮਿਨਿਸਟਰ ਹੁਣ ਉਹ ਰਿਮੋਟ ਨਾਲ ਚੱਲ ਨਹੀਂ ਰਿਹਾ। ਇਹ ਕੋਸ਼ਿਸ਼ ਕਰ ਰਹੇ ਉਹਨੂੰ ਰਿਮੋਟ ਨਾਲ ਚਲਾਉਣ ਦੀ, ਬਟ ਉਹ ਆਪਣਾ ਚੈਨਲ ਫੜ ਲਿਆ, ਉਹਨੇ ਆਪਣੀ ਰਫਤਾਰ ਫੜ ਲਈ। ਔਰ ਜਿਹੜਾ ਗੇਮ ਖੇਡੀ ਜਾਂ ਇਹਨਾਂ ਨੇ ਖਿਚੜੀ ਪਕਾਈ ਹੈ ਕਿ ਦਲਿਤ ਚਿਹਰੇ ਨੂੰ ਅੱਗੇ ਲਿਆ ਕੇ ਅਸੀਂ ਜਿਹੜੀ ਆ ਸਹਾਨੂਭੂਤੀ ਲੈਣੀ ਆ ਜਾਂ ਅਸੀਂ ਦਲਿਤ ਵੋਟਾਂ ਨੂੰ ਪ੍ਰਭਾਵਿਤ ਕਰਨਾ। ਪਰ ਕਹਾਣੀ ਇਹ ਹੈ ਕਿ ਦਲਿਤ ਸਿਰਫ ਪੋਸਟਰ ਬੁਆਏ ਬਣਾ ਕੇ ਤੁਹਾਨੂੰ ਕੋਈ ਉਹਨਾਂ ਦੇ ਨਾਲ ਹਮਦਰਦੀ ਨਹੀਂ ਤੁਸੀਂ ਲੈ ਸਕਦੇ। ਜਾਂ ਤਾਂ ਡਿਕਲੇਅਰ ਕਰਨ ਕਿ ਅਗਲੇ 5 ਸਾਲ ਜੇ ਤੁਹਾਡੀ ਸਰਕਾਰ ਆਉਂਦੀ ਹੈ, ਤੁਸੀਂ ਮੈਜੋਰਟੀ ਚਾਹੁੰਦੇ ਹੋ, ਤਾਂ ਚੰਨੀ ਹੀ ਚੀਫ ਮਿਨਿਸਟਰ ਰਹੇਗਾ। ਨਹੀਂ ਤਾਂ ਸਿੱਧੂ ਸਾਹਿਬ ਸਾਰੇ ਲੋਕ ਸਮਝਦੇ ਨੇ ਤੁਹਾਡੀਆਂ ਉਹ ਸ਼ੋਸ਼ੇਬਾਜ਼ੀਆਂ, ਉਹ ਜਿਹੜੇ ਜੁਮਲਾਬਾਜ਼ੀਆਂ, ਉਹ ਜਿਹੜੀਆਂ ਤੁਸੀਂ ਤਕਰੀਰਾਂ ਕਰਦੇ ਰਹੇ ਹੋ, ਉਹੀ ਵਰਡਿੰਗ ਤੁਸੀਂ ਆਸਾਰਾਮ ਲਈ ਬੋਲ ਦਿੰਦੇ ਸੀਗੇ, ਉਹੀ ਵਰਡਿੰਗ ਤੁਸੀਂ ਪਹਿਲਾਂ ਮੋਦੀ ਸਾਹਿਬ ਲਈ ਬੋਲਦੇ ਸੀ, ਫਿਰ ਤੁਸੀਂ ਜਾ ਕੇ ਸੋਨੀਆ ਗਾਂਧੀ ਲਈ ਬੋਲਦੇ ਰਹੇ ਹੋ। ਧਰਤੀ ਸੇ ਕੋਈ ਬਾਰਾ ਨਹੀਂ ਤੇ ਆਕਾਸ਼ ਕੀ ਕੋਈ ਸੀਮਾ ਨਹੀਂ, ਤੋਲ ਨਹੀਂ ਮੋਲ ਨਹੀਂ। ਇਹ ਸਭ ਸਮਝਦੇ ਨੇ। ਇਹ ਜਿਹੜਾ ਹੈਗਾ ਨਾ ਅਨਗਾਈਡਡ ਮਿਸਾਈਲ ਸਿੱਧੂ ਸਾਹਿਬ ਹੈਗੇ ਨੇ। ਪਤਾ ਨਹੀਂ ਕਿਤੇ ਜਾ ਕੇ ਕਿਹੜੇ ਘਰ 'ਚ ਜਾ ਕੇ ਇਹਨਾਂ ਨੇ ਖਿਲਾਰਾ ਪਾਉਣਾ। ਅਤੇ ਮੈਨੂੰ ਲੱਗਦਾ ਜਿੱਥੋਂ ਤੱਕ ਕਿ ਕਹਿਣਾ ਕੁਛ ਅਤੇ ਕਰਨਾ ਕੁਛ। ਕਹਿੰਦੇ ਜੀ ਪਬਲਿਕ ਦੇ ਮੁੱਦੇ, ਲੋਕਾਂ ਦੇ ਮੁੱਦੇ। ਕੀ ਲੋਕਾਂ ਦੇ ਮੁੱਦੇ ਨੇ ਕਿ AG ਕੌਣ ਹੋਏਗਾ ਅਤੇ DG ਕੌਣ ਹੋਏਗਾ? ਕੀ ਇਹ ਲੋਕਾਂ ਦੇ ਮੁੱਦੇ ਨੇ? ਇਹ ਤਾਂ ਮੇਰੀ ਪਸੰਦ ਦਾ DG ਲੱਗਣਾ ਚਾਹੀਦਾ, ਮੇਰੀ ਪਸੰਦ ਦਾ AG ਲੱਗਣਾ ਚਾਹੀਦਾ, ਐਡਵੋਕੇਟ ਜਨਰਲ। ਇਹ ਉਹਨਾਂ ਦਾ ਇੱਕ ਆਪਣਾ ਉਹ ਅੱਗੇ ਮੈਂ ਕਿ ਕੰਟਰੋਲ ਮੈਂ ਰੱਖਾਂ। CM ਕੋਈ ਵੀ ਹੋਵੇ, ਚਿਹਰਾ ਕੋਈ ਵੀ ਹੋਵੇ, ਕੰਟਰੋਲ ਸਿੱਧੂ ਸਾਹਿਬ ਦਾ ਹੋਣਾ ਚਾਹੀਦਾ। ਢਿੱਲੋਂ ਜੀ, ਜਿਹੜੀ ਤੁਸੀਂ ਡੈਜ਼ਿਗਨੇਸ਼ਨ ਦੀ ਗੱਲ ਕੀਤੀ ਹੈ ਕਿ ਇਹਨਾਂ ਨੇ ਖੇਡ ਬਣਾ ਰੱਖੀ ਹੈ ਕਿ ਜਿਹੜੇ ਅਹੁਦੇ ਨੇ, ਅਹੁਦੇ ਇੱਕ ਖੇਡ ਹੈ, ਕਦੇ ਕੋਈ ਬੈਠ ਗਿਆ, ਕਦੇ ਕੋਈ ਬੈਠ ਗਿਆ। ਬਿਲਕੁਲ ਖੇਡ ਬਣਾ ਰੱਖੀ ਹੈ। ਔਰ ਉਸ ਚੀਜ਼ ਦੀ ਗਰਿਮਾ ਦਾ ਵੀ ਇਹਨਾਂ ਨੇ ਮਜ਼ਾਕ ਉਡਾਇਆ। ਉਹ ਇੱਕ ਜ਼ਿੰਮੇਵਾਰ ਪੋਸਟ ਹੈਗੀ ਆ, ਕੋਈ ਉਹ ਮਜ਼ਾਕ ਨਹੀਂ ਗਾ। DGP ਇੱਕ ਸਟੇਟ ਦਾ ਹੋਣਾ, ਲਾਅ ਐਂਡ ਆਰਡਰ ਉਹਨੇ ਪੂਰਾ ਦੇਖਣਾ, ਉਹਨੇ ਸਾਰੀ ਸਟੇਟ ਨੂੰ ਕਿਵੇਂ ਚੱਲਣਾ, ਕੀ ਕਰਨਾ, ਉਹਦਾ ਤੁਸੀਂ ਖੇਡ ਬਣਾ ਲਈ, ਐਲੀਗੇਸ਼ਨ ਲਾਤੇ ਸਿਰਫ ਇਸ ਕਰਕੇ ਕਿ ਤੁਹਾਨੂੰ ਪਸੰਦ ਨਹੀਂ ਹੈ, ਕਿ ਤੁਹਾਡੇ ਮਤਲਬ ਦਾ ਨਹੀਂ ਹੈ। ਚੀਫ ਮਿਨਿਸਟਰ ਦਾ ਪੈਰੋਗੇਟਿਵ ਹੁੰਦਾ, ਚੀਫ ਮਿਨਿਸਟਰ ਦਾ ਅਧਿਕਾਰ ਹੁੰਦਾ ਕਿ ਉਹਨੇ ਕਿਹਨੂੰ ਆਪਣਾ DG ਲਾਉਣਾ, ਕਿਹਨੂੰ ਆਪਣਾ AG ਲਾਉਣਾ। ਲੇਕਿਨ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਨੂੰ ਤਾਂ ਇਹ ਚਾਹੁੰਦੇ ਨੇ ਵੀ ਉਹ ਕਠਪੁਤਲੀ ਦੀ ਤਰ੍ਹਾਂ ਵੀ ਮੈਂ ਡੋਰ ਇੱਧਰੋਂ ਖਿੱਚਾਂ ਅਤੇ ਇੱਧਰੋਂ ਖਿੱਚਾਂ ਅਤੇ ਇੱਧਰ। ਸੋ ਇਸ ਕਰਕੇ ਇਹ ਸਿੱਧੂ ਸਾਹਿਬ ਜਿਹੜੇ ਆ ਉਹ ਜਦੋਂ ਉਹਨਾਂ ਨੂੰ ਲੱਗਿਆ ਕਿ ਮੈਂ ਇਸ ਚੀਜ਼ ਦੇ ਵਿੱਚ ਕਾਮਯਾਬ ਨਹੀਂ ਹੋ ਰਿਹਾ, ਔਰ ਚੰਨੀ ਸਾਹਿਬ ਜਿਹੜੇ ਆ ਉਹ ਆਪਣੇ ਲੈਵਲ 'ਤੇ ਫੈਸਲੇ ਲੈਣ ਲੱਗ ਪਏ ਨੇ, ਅਤੇ ਉਹਨਾਂ ਨੇ ਫਿਰ ਥੋੜ੍ਹਾ ਜਿਹਾ ਹੋਰ ਡਰਾਮਾ ਕੀਤਾ। ਉਹ ਜਿਵੇਂ ਮਾੜੀ ਨਹੁੰ ਵਾਂਗੂ ਰੁੱਸ ਕੇ ਬਹਿਣਾ, ਮੈਂ ਨਹੀਂ ਖੇਡਦਾ ਨਹੀਂ ਤਾਂ ਮੇਰੀ ਵਾਰੀ ਦਿਓ। ਉਹ ਇਸ ਤਰੀਕੇ ਦਾ ਬੱਚਿਆਂ ਵਾਲਾ ਬਿਹੇਵੀਅਰ ਜਿਹੜਾ ਇਹਨਾਂ ਨੇ ਕੀਤਾ ਪਿਛਲੇ ਦਿਨਾਂ ਦੇ ਵਿੱਚ, ਉਹ ਸਮਝ ਆਉਂਦਾ ਵੀ ਇਹ ਕਾਹਦੇ ਵਾਸਤੇ ਹੈ।
ਪੰਜਾਬ ਦੇ ਮੁੱਦਿਆਂ ਲਈ ਤਾਂ ਹੈ ਨਹੀਂ। ਇਹਨਾਂ ਦੁਆਰਾ ਅੱਜ ਇੱਕ ਪੰਜਾਬ ਭਵਨ 'ਚ ਸਾਂਝੀ ਕਾਨਫਰੰਸ ਵੀ ਕੀਤੀ ਗਈ ਹੈ ਸਿੱਧੂ ਤੇ ਚੰਨੀ ਦੁਆਰਾ। ਕੀ ਚੱਲ ਰਿਹਾ ਹੈ? ਸਾਂਝੀ ਕਾਨਫਰੰਸ ਹੈ, ਸਾਂਝੀ ਖਿਚੜੀ ਬਣਾ ਰਹੇ ਨੇ ਆਪਸ 'ਚ। ਆਏ ਦਿਨ ਕੋਈ ਨਾ ਕੋਈ ਪ੍ਰੈਸ ਕਾਨਫਰੰਸ ਰੱਖ ਲੈਂਦੇ ਨੇ, ਪਰ ਮੁੱਦਾ ਸੁਲਝਦਾ ਤਾਂ ਹੁੰਦਾ ਨਹੀਂ, ਨਾ ਹੀ ਮੁੱਦੇ ਹਾਈਲਾਈਟ ਕਰਦੇ ਨੇ। ਕੀ ਇਹ ਇਹਨਾਂ ਨੇ ਇੱਕ ਉਹ ਬਣਾ ਰੱਖੀ ਹੈ ਕਿ ਇੱਕ ਏਜੰਡਾ ਹੈ, ਅਸੀਂ ਕਾਨਫਰੰਸ ਰੱਖ ਲਈ, ਦੁਨੀਆ ਦੀ ਨਜ਼ਰ 'ਚ ਅਸੀਂ ਚੰਗੇ ਬਣ ਗਏ, ਪਰ ਅੰਦਰੋਂ ਕੁਝ ਹੋ ਰਹੀ ਹੈ। ਸਾਂਝੀ ਕਾਨਫਰੰਸ, ਸਾਂਝੀ ਖਿਚੜੀ। ਹੁਣੇ ਇੱਕ ਕਾਨਫਰੰਸ ਦੀ ਵੀਡੀਓ ਤੁਸੀਂ ਵੀ ਵੇਖੀ ਹੋਣੀ ਹੈ ਵੀ ਇੱਧਰ ਚੰਨੀ ਸਾਹਿਬ ਬੈਠੇ ਨੇ ਤੇ ਇੱਧਰ ਸਿੱਧੂ ਸਾਹਿਬ ਬੈਠੇ ਨੇ। ਸਿੱਧੂ ਸਾਹਿਬ ਆਪਦੇ ਵੱਲ ਨੂੰ ਮਾਈਕ ਖਿੱਚਦੇ, ਚੰਨੀ ਸਾਹਿਬ ਉਸੇ ਵੇਲੇ ਆਪਦੇ ਵੱਲ ਨੂੰ ਖਿੱਚ ਲੈਂਦੇ ਆ। ਵੇਖੀ ਵੀਡੀਓ, ਸਾਰਿਆਂ ਨੇ ਵਾਇਰਲ ਹੋਈ ਆ। ਉਹ ਤੋਂ ਕੀ ਕਹਿਣਾ ਚਾਹੁੰਦੇ ਆ ਵੀ ਚੀਫ ਮਿਨਿਸਟਰ ਨੂੰ ਤੁਸੀਂ ਡੰਮੀ ਬਣਾ ਕੇ ਵੀ ਮੈਂ ਆਲ ਐਂਡ ਆਲ, ਮੈਂ ਸਰਵੋ ਸਰਵਾ ਤੇ ਚੀਫ ਮਿਨਿਸਟਰ ਤੇ ਸਿਰਫ ਮੈਂ ਚਲਾ ਰਿਹਾ। ਇਹਨਾਂ ਨੇ ਸ਼ੁਰੂ ਤੋਂ ਇਹੀ ਕੋਸ਼ਿਸ਼ ਕੀਤੀ, ਕਦੀ ਉਹਦੇ ਮੋਢੇ ਤੇ ਹੱਥ ਰੱਖ, ਕਦੀ ਉਹਦੇ ਬਾਂਹ ਫੜ ਕੇ ਖਿੱਚ ਕੇ ਲੈ ਕੇ ਜਾ। ਯਾਰ ਉਹ ਵੀ 3 ਵਾਰ ਦਾ MLA ਜਿੱਤਿਆ ਹੋਇਆ, ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਮੁੱਦੇ ਕੀ ਆ, ਜਾਂ ਪੰਜਾਬ ਨਾਲ ਕਿੱਦਾਂ ਮੈਂ ਡੀਲ ਕਰਨਾ, ਜਾਂ ਲੋਕਾਂ ਨਾਲ ਮੈਂ ਕਿਵੇਂ ਡੀਲ ਕਰਨਾ। ਅਤੇ ਉਹਨੂੰ ਐਵੇਂ ਇਸ ਤਰੀਕੇ ਨਾਲ ਡੀਗਰੇਡ ਕਰਨ ਦੀ ਕੋਸ਼ਿਸ਼ ਕਰਨੀ, ਮੈਨੂੰ ਤਾਂ ਲੱਗਦਾ ਇਹ ਦਲਿਤ ਭਾਈਚਾਰੇ ਦਾ ਵੀ ਅਪਮਾਨ ਹੈ ਵੀ ਉਸ ਇੱਕ ਜੇ ਦਲਿਤ ਭਾਈਚਾਰੇ ਤੋਂ ਉੱਠ ਕੇ ਇੱਕ ਚੀਫ ਮਿਨਿਸਟਰ ਬਣਿਆ ਹੈ ਔਰ ਉਹ ਬੜੇ ਸੂਝਵਾਨ ਤਰੀਕੇ ਨਾਲ ਹਜੇ ਤੱਕ ਜਿਹੜਾ ਦਿਸਦਾ ਵੀ ਉਹ ਬੈਲੈਂਸਡ ਤਰੀਕੇ ਨਾਲ ਚੱਲਦਾ ਪਿਆ, ਪਰ ਉਹਨੂੰ ਵਾਰ-ਵਾਰ ਟੌਂਚ ਕਰਨਾ, ਉਹਨੂੰ ਟੰਚ ਕਰਨਾ, ਉਹਨੂੰ ਉਹਦਾ ਤਕਰੀਬਨ ਬੇਇੱਜ਼ਤ ਕਰਨ ਵਾਲੇ ਕੰਮ ਕਰਨਾ ਕਿ ਉਹਦੇ ਫੈਸਲੇ ਉੱਤੇ ਸਵਾਲ ਚੁੱਕਣਾ, ਮਤਲਬ ਬੇਇੱਜ਼ਤ ਕਰਨਾ। ਅਤੇ ਦੂਜੀ ਗੱਲ ਇਹ ਦਲਿਤ ਭਾਈਚਾਰੇ ਦਾ ਜਿਹੜਾ ਹੈਗਾ, ਇਹਨੂੰ ਮਤਲਬ ਇਹਨਾਂ ਨੇ ਡਿਚ ਕੀਤਾ ਹੈ, ਉਹਨੂੰ ਇਹਨਾਂ ਨੇ ਡੀਮੋਰਲਾਈਜ਼ ਕੀਤਾ, ਉਹਨੂੰ ਇਹਨਾਂ ਨੇ ਡੀਗਰੇਡ ਕਰਨ ਦੀ ਕੋਸ਼ਿਸ਼ ਕੀਤੀ ਹੈ ਨਵਜੋਤ ਸਿੰਘ ਸਿੱਧੂ ਨੇ। ਇਹਦੇ ਨਾਲ ਕੋਈ ਇਹਨਾਂ ਨੂੰ ਫਾਇਦਾ ਨਹੀਂ ਹੋਣ ਵਾਲਾ। ਸਭ ਨੂੰ ਪਤਾ ਹੈ ਕਿ ਇਹ ਚਾਹੁੰਦੇ ਇਹੀ ਸੀਗੇ ਕਿ ਮੇਰੇ ਰਿਮੋਟ ਦੇ ਨਾਲ ਚੱਲੇ, ਮੈਂ ਕਹਾਂ ਬੈਠ ਤੇ ਬੈਠੇ, ਮੈਂ ਕਹਾਂ ਉੱਠ ਤੇ ਉੱਠੇ। ਪਰ ਇਹ ਜਿਹੜਾ ਹੈ ਉਹ ਹੁਣ ਸਾਰਿਆਂ ਦੇ ਸਾਹਮਣੇ ਆ ਜੋ ਕੁਝ ਹੋ ਰਿਹਾ। ਇਹਨਾਂ ਦੀ ਜਿੱਦਾਂ ਆਪਾਂ ਗੱਲ ਕੀਤੀ ਹੋਣੀ, ਸਾਂਝੀ ਕਾਨਫਰੰਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਸਾਂਝੀ ਕਾਨਫਰੰਸ ਉੱਪਰੋਂ ਪ੍ਰੈਸ਼ਰ ਪੈਂਦਾ ਜਦੋਂ ਸਾਰਿਆਂ ਦਾ, ਜਾਂ ਇਹਨਾਂ ਦੇ ਪ੍ਰਧਾਨ ਦਾ ਦਿੱਲੀ ਤੋਂ ਵੀ ਤੁਸੀਂ ਕੀ ਉੱਥੇ ਖਲਾਰਾ ਜਿਹਾ ਪਾਇਆ ਹੋਇਆ। ਬੇਸਿਕਲੀ ਤਾਂ ਖਲਾਰਾ ਹੀ ਪਾਇਆ ਹੋਇਆ ਨਾ। ਮੈਂ ਪਹਿਲੀ ਵਾਰੀ ਦੇਖਿਆ ਪੰਜਾਬ ਦੀ ਹਿਸਟਰੀ 'ਚ ਲਾ ਲਓ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਅੰਦਰ ਵੀ ਚੀਫ ਮਿਨਿਸਟਰ ਆਪਣੇ ਦੇ ਖਿਲਾਫ ਹੀ ਉਹਦਾ ਪ੍ਰਧਾਨ ਬੋਲੀ ਜਾਂਦਾ ਹੋਵੇ, ਆਪਣੀ ਸਰਕਾਰ ਦੇ ਖਿਲਾਫ ਹੀ ਪ੍ਰਧਾਨ ਬੋਲੀ ਜਾਂਦਾ ਹੋਵੇ। ਉਹ ਚਲੋ ਸਾਨੂੰ ਤਾਂ ਸੂਟ ਕਰਦਾ, ਸਗੋਂ ਠੀਕ ਹੈ ਵੀ ਤੂੰ ਆਪਦੇ ਕਰੀ ਚਲੋ ਜੋ ਤੁਸੀਂ ਖੇਡਾਂ ਖੇਡਣੀਆਂ ਨੇ, ਪਰ ਇਹ ਕੋਈ ਪਾਏਦਾਨ, ਕੋਈ ਸਟੈਂਡਰਡ ਦੀ ਗੱਲ ਨਹੀਂ ਲੱਗਦੀ। ਸਿਆਣਾ ਬੰਦਾ ਇਹਨਾਂ ਚੀਜ਼ਾਂ ਨੂੰ ਇਹ ਹੋਸ਼ੀਆਂ ਹਰਕਤਾਂ ਸਮਝਦੇ ਨੇ। ਉਹ ਠੋਕੋ ਤਾਲੀ ਕਰਕੇ ਜਿਹੜਾ ਤੁਸੀਂ ਇਹ ਮਖੌਲ ਜਿਹਾ ਬਣਾ ਕੇ ਰੱਖ ਦਿੱਤਾ ਰਾਜਨੀਤੀ ਦਾ ਪੰਜਾਬ ਦਾ, ਮੈਨੂੰ ਨਹੀਂ ਲੱਗਦਾ ਕੋਈ ਇਹ ਸੀਰੀਅਸਨੈਸ ਇਹਨਾਂ ਦੇ ਵਿੱਚ ਕਿਸੇ ਪਾਸੇ ਹੈਗੀ। ਵੀ ਉਹ ਲਾਫਟਰ ਚੈਲੰਜ ਲੱਗੀ ਜਾਂਦਾ ਵੀ ਉਹ ਜਿਵੇਂ ਲਾਫਟਰ ਸ਼ੋਅ ਸੀਗਾ ਆਪਣੇ ਦਾ ਕਪਿਲ ਸ਼ਰਮੇ ਦਾ, ਉਹ ਉਸੇ ਤਰ੍ਹਾਂ ਫਿਰ ਉਹ ਲਾਫਟਰ ਸ਼ੋਅ ਜਿਹਾ ਲੱਗੀ ਜਾਂਦਾ ਵੀ ਇਹ ਅੱਜ ਸਵੇਰੇ ਕੁਛ ਹੋਰ ਹੁੰਦਾ ਜੀ, ਦੁਪਹਿਰੇ ਕੁਛ ਹੋਰ ਹੁੰਦਾ ਜੀ, ਸ਼ਾਮ ਨੂੰ ਕੁਛ ਹੋਰ ਹੋ ਜਾਂਦਾ ਜੀ। ਉਹ ਠੋਕੋ ਤਾੜੀ ਸ਼ਾਮ ਤੱਕ ਹੋਰ ਬਣ ਜਾਂਦੀ ਹੈ। ਸੋ ਇਹ ਗੱਲਾਂ ਨੇ। ਮੈਨੂੰ ਲੱਗਦਾ ਕਿ ਇਹ ਚਾਹੁੰਦੇ ਨੇ ਵੀ ਦਵਾ ਦਵ ਚੰਨੀ ਨੂੰ ਕਿਹੜੇ ਵੇਲੇ ਮੈਂ ਲਾ ਕੇ ਬਾਂਹ ਤੋਂ ਫੜ ਕੇ ਖਿੱਚ ਕੇ ਧੂਗੇ ਥੱਲੇ ਸੁੱਟਾਂ ਔਰ ਮੈਂ ਆਪਦੀ ਚੀਫ ਮਿਨਿਸਟਰ ਦੀ ਕੁਰਸੀ 'ਤੇ ਮੈਂ ਬੈਠਾ, ਮੈਂ ਇਹ ਤੋਂ ਇਲਾਵਾ ਹੋਰ ਕੁਛ ਨਹੀਂ ਸੀ। ਜਦੋਂ ਲਖੀਮਪੁਰ ਖੀਰੀ 'ਚ ਘਟਨਾ ਹੋਈ ਸੀ ਉਦੋਂ ਚੰਨੀ ਗਈ ਸੀ ਜਾਇਜ਼ਾ ਲੈਣ। ਅੱਜ ਟਿੱਕਰੀ ਬਾਰਡਰ ਦੇ ਕਿਸਾਨ ਨੇ ਆਤਮ ਹੱਤਿਆ ਕਰ ਲਈ ਹੈ, ਉਦੋਂ ਤਾਂ ਕੋਈ ਜਾਇਜ਼ਾ ਲੈਣ ਗਿਆ ਨਹੀਂ। ਕਿ ਸਰਕਾਰ ਚਾਹੁੰਦੀ ਹੈ ਕਿ ਲਗਾਤਾਰ ਮੌਤਾਂ ਹੁੰਦੀਆਂ ਰਹਿਣ, ਬੈਠ ਕੇ ਤਮਾਸ਼ਾ ਦੇਖਦੇ ਰਹੀਏ, ਕਿਉਂਕਿ ਆਤਮ ਹੱਤਿਆ ਕੀਤੀ ਕਿਸਾਨ ਨੇ। ਇਕੱਲੀ ਉਹ ਨਹੀਂ, ਉਸ ਤੋਂ ਇਲਾਵਾ ਉੱਥੇ ਦਲਿਤ ਭਾਈਚਾਰੇ ਦਾ ਰਾਜਸਥਾਨ ਦੇ ਵਿੱਚ ਕੁੱਟ ਕੇ ਮਾਰਦਾ। ਪੰਜਾਬ ਦੇ ਅੰਦਰ ਘਟਨਾ ਹੁੰਦੀ ਹੈ, ਇਹ ਉਹ ਆਪਣੇ ਪੰਜਾਬ ਦਾ ਚੀਫ ਮਿਨਿਸਟਰ ਉੱਥੋਂ ਤੱਕ ਜਾ ਨਹੀਂ ਸਕਦਾ। ਉੱਥੇ ਰਾਜਨੀਤੀ ਕਰਨੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਘੇਰਨਾ ਹੈ। ਇਸ ਕਰਕੇ ਜੋ ਇਹਨਾਂ ਨੇ ਚੱਕੀਆਂ ਇੱਥੋਂ ਵਹੀਰਾਂ ਘੱਤ ਕੇ ਪਹੁੰਚ ਗਏ ਨੇ ਯੂਪੀ ਦੀ ਲਖੀਮਪੁਰ ਖੀਰੀ ਦੇ ਵਿੱਚ, ਸਿਰਫ ਰਾਜਨੀਤਿਕ ਮਕਸਦ ਸੀਗਾ। ਪ੍ਰਿਅੰਕਾ ਗਾਂਧੀ ਪਹੁੰਚ ਗਈ ਹੈ ਜੀ, ਰਾਹੁਲ ਗਾਂਧੀ ਪਹੁੰਚ ਗਿਆ ਜੀ, ਅਸੀਂ ਸਭ ਨੰਬਰ ਬਣਾਉਣ ਦੀ ਦੌੜ ਸੀਗੀ ਕਿ ਮੈਂ ਪਿੱਛੇ ਨਾ ਰਹਿ ਜਾ। ਔਰ ਜਦੋਂ ਚੰਨੀ ਸਾਹਿਬ ਪਹੁੰਚਣ ਲੱਗੇ ਤਾਂ ਸਿੱਧੂ ਨੂੰ ਲੱਗਾ ਵੀ ਯਾਰ ਮੈਂ ਪਿੱਛੇ ਰਹਿ ਗਿਆ। ਸਿੱਧੂ ਨੇ ਆਪਣੀ ਵੱਖਰੀ ਟ੍ਰੇਨ ਤੋਰ ਲਈ ਉੱਧਰ ਨੂੰ, ਆਪਣੀ ਬਣਾ ਕੇ ਕਾਫਲਾ ਗੱਡੀਆਂ ਦਾ। ਸੋ ਇਹ ਸਿਰਫ ਕੋਰੀ ਰਾਜਨੀਤੀ, ਕੋਰੀ ਖੇਡ ਨੰਬਰ ਬਣਾਉਣ ਦੀ, ਅਤੇ ਮੈਂ ਕਿਵੇਂ ਜ਼ਿਆਦਾ TV 'ਤੇ ਆਵਾਂ, ਮੈਂ ਕਿਵੇਂ ਅੱਗੇ ਆਵਾਂ, ਇਹ ਉਹ ਚੱਲਦਾ ਪਿਆ ਵਾ। ਕਿਸੇ ਇਹਨਾਂ ਨੇ ਪੰਜਾਬ ਦੇ ਕਿਸੇ ਲੋਕਾਂ ਦਾ ਭਲਾ ਕਰਨਾ ਇਹਨਾਂ ਦਾ ਮਕਸਦ ਨਹੀਂ ਹੈਗਾ। ਬੀਜੇਪੀ ਦਾ ਹੁਣ ਕੀ ਏਜੰਡਾ ਸਾਲ 2022 ਦੇ ਚੋਣਾਂ ਨੂੰ ਲੈ ਕੇ? ਹਾਲੇ ਚੰਡੀਗੜ੍ਹ 'ਚ ਸਥਿਤੀ ਠੀਕ ਹੈ ਬੀਜੇਪੀ ਦੀ ਤੁਹਾਡੇ ਮੁਤਾਬਿਕ? ਪੰਜਾਬ ਦੀ ਸਥਿਤੀ ਬਾਰੇ ਕੀ ਕਹਿਣਾ ਚਾਹੋਗੇ? ਕਿ ਸਥਿਤੀ ਠੀਕ ਹੈ, ਬਹੁਤ ਮਾੜੀ ਹੈ, ਜਾਂ ਠੀਕ ਠਾਕ ਹੈ? ਚੰਡੀਗੜ੍ਹ ਦੀ ਪੋਜੀਸ਼ਨ ਜਿਹੜੀ ਆ ਬਹੁਤ ਵਧੀਆ ਹੈਗੀ ਆ। ਬੀਜੇਪੀ ਬਹੁਤ ਲੀਡ ਕਰਕੇ ਆਪਣਾ ਸੀਟਾਂ ਕੱਢ ਕੇ ਲੈ ਕੇ ਜਾਏਗੀ। ਜਿਹੜੀ ਮੈਂ ਗੱਲ ਕਰਦਾ ਕਿ ਭਾਰਤੀ ਜਨਤਾ ਪਾਰਟੀ ਨੇ ਕਦੀ ਵੀ ਕਿਸੇ ਵਰਗ ਦਾ ਮਾੜਾ ਕੀਤਾ ਹੀ ਨਹੀਂ, ਨਾ ਕਰਨ ਬਾਰੇ ਸੋਚਿਆ ਕਦੀ। ਤੁਹਾਨੂੰ ਯਾਦ ਹੋਣਾ ਅੱਜ ਕਿਸਾਨੀ ਅੰਦੋਲਨ ਕੀ ਹੈ। ਕਿਸਾਨੀ ਅੰਦੋਲਨ ਤੋਂ ਪਹਿਲਾਂ ਪਿਛਲੇ ਸਾਲ CAA ਦਾ ਆਇਆ ਸੀਗਾ। CAA ਦੇ ਵਿੱਚ ਇਹਨਾਂ ਨੇ ਕੀ ਫੈਲਾਤਾ ਲੋਕਾਂ ਦੇ ਅੰਦਰ
ਕਿ ਮੁਸਲਮਾਨਾਂ ਨੂੰ ਤਾਂ ਦੇਸ਼ 'ਚੋਂ ਬਾਹਰ ਕੱਢ ਦੇਣਾ ਜੀ, ਇੱਥੇ ਤਾਂ ਇਹ ਰਹਿ ਨਹੀਂ ਸਕਦੇ, ਸੈਕਿੰਡ ਦਰਜੇ ਦੇ ਜਿਹੜੇ ਆ ਉਹ ਬਣ ਜਾਣਗੇ ਨਾਗਰਿਕ। ਬੜਾ ਕੁਛ ਝੂਠ ਤੂਫਾਨ ਜੋ ਇਹਨਾਂ ਨੇ ਫੈਲਾਇਆ। ਲੇਕਿਨ ਅੱਜ ਉਹਦਾ ਪਤਾ ਲੱਗਾ ਜਦੋਂ ਅਫਗਾਨਿਸਤਾਨ ਦੀ ਘਟਨਾ ਹੋਈ ਹੈ। ਅਫਗਾਨਿਸਤਾਨ ਦੇ ਵਿੱਚੋਂ ਜਿਹੜੇ ਸਿੱਖ ਅਤੇ ਹਿੰਦੂ ਸ਼ਰਨਾਰਥੀ ਬਣ ਕੇ ਭੱਜ ਕੇ ਉੱਥੋਂ ਜਾਨਾਂ ਬਚਾ ਕੇ ਵਿਚਾਰੇ ਆਏ ਨੇ, ਅੱਜ ਜਦੋਂ ਉਹਨਾਂ ਨੂੰ ਉਹਨਾਂ ਦਾ ਅਧਿਕਾਰ ਮਿਲ ਜਾਏਗਾ, ਜਾਂ ਪਹਿਲਾਂ ਦੇ ਜਿਹੜੇ ਆਏ ਹੋਏ ਨੇ 2014 ਤੱਕ ਦੇ ਲੱਗੇ ਸੀਗੇ, ਉਹਨਾਂ ਨੂੰ ਜਿੰਦਾ ਰਹਿਣ ਦਾ ਅਧਿਕਾਰ ਦੇਣਾ ਕੋਈ ਮਾੜੀ ਚੀਜ਼ ਸੀਗੀ? ਮੋਦੀ ਸਰਕਾਰ ਨੇ ਇਹ 'ਚ ਕੀ ਗਲਤ ਕੀਤਾ ਸੀਗਾ? ਕਿ ਲੋਕਾਂ ਨੂੰ ਗਲਤਫਹਿਮੀ ਪਾਈ ਗਈ, ਮੁਸਲਮਾਨਾਂ ਨੂੰ ਭੜਕਾਇਆ ਗਿਆ, ਹੋਰ ਬਾਕੀ ਵਰਗਾਂ ਨੂੰ। ਔਰ ਸਾਡੇ ਇੱਥੋਂ ਪੰਜਾਬ ਦੇ ਵਿੱਚੋਂ ਕੁਝ ਸਪੈਸ਼ਲੀ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਦਾ ਕੰਮ ਹੀ ਇਹ ਹੈ ਕਿ ਸਰਕਾਰ ਦੇ ਖਿਲਾਫਤ ਕਰਨੀ ਹੈ। ਔਰ ਉਹ ਸਿੱਖ ਭਾਈਚਾਰਾ ਨੂੰ ਪਤਾ ਹੈ ਕਿ ਉਹਦੇ ਵਿੱਚ ਫਾਇਦਾ ਹੋਣਾ ਹੈ, ਕਿ ਜਿਹੜੇ ਅਫਗਾਨਿਸਤਾਨ ਤੋਂ ਪਾਕਿਸਤਾਨ ਤੋਂ ਵਿਚਾਰੇ ਲੁੱਟੇ ਫਸੁੱਟੇ ਇੱਥੇ ਆਉਣੇ ਨੇ, ਉਹਨਾਂ ਨੂੰ ਉਹਨਾਂ ਦੇ ਰਹਿਣ ਦਾ ਅਧਿਕਾਰ, ਉਹਨਾਂ ਨੂੰ ਕੰਮ ਕਰਨ ਦਾ ਅਧਿਕਾਰ, ਉਹਨਾਂ ਨੂੰ ਪੜ੍ਹਾਈ ਦਾ ਅਧਿਕਾਰ, ਨੌਕਰੀ ਦਾ ਅਧਿਕਾਰ ਸਾਰੇ ਦੇਣ ਵਾਸਤੇ ਇੱਕ ਕਾਨੂੰਨ ਬਣਨ ਜਾ ਰਿਹਾ ਸੀਗਾ। ਲੇਕਿਨ ਵਿਰੋਧ ਦੇ ਨਾਂ 'ਤੇ ਵਿਰੋਧ ਕਰਨ ਲੱਗ ਗਏ ਔਰ ਪੂਰਾ ਦਿੱਲੀ ਜਿਹੜੀ ਆ ਉਹ ਦੰਗਿਆਂ ਦੀ ਭੇਟ ਕਰਾਤੀ ਇਹਨਾਂ ਨੇ, ਓਪੋਜੀਸ਼ਨ ਵਾਲਿਆਂ ਨੇ। ਔਰ ਉਸ ਗੱਲ ਦੇ ਵਿੱਚੋਂ ਅਜੇ ਨਿਕਲੇ ਨਹੀਂ, ਇਹਨਾਂ ਨੇ ਆ ਕਿਸਾਨੀ ਇਸ਼ੂ ਬਣਾ ਲਿਆ। ਭਾਰਤੀ ਜਨਤਾ ਪਾਰਟੀ ਸਰਕਾਰ ਕੀ ਕਹਿ ਰਹੀ ਹੈ ਵੀ ਆਓ ਟੇਬਲ 'ਤੇ ਬੈਠ ਕੇ ਜਿਹੜਾ ਇਹਨਾਂ ਵਿੱਚ ਤੁਹਾਨੂੰ ਲੱਗਦਾ ਕਿ ਕੋਈ ਚੀਜ਼ ਠੀਕ ਨਹੀਂ ਹੈ ਉਹਨੂੰ ਠੀਕ ਕੀਤਾ ਜਾ ਸਕਦਾ। ਹਰ ਕਾਨੂੰਨ ਜਿਹੜਾ ਵੀ ਬਣਦਾ ਉਹਦੇ ਵਿੱਚ ਕੁਛ ਸਮੇਂ ਦੇ ਬਾਅਦ ਤਬਦੀਲੀਆਂ ਆਉਂਦੀਆਂ ਨੇ, ਅਮੈਂਡਮੈਂਟਸ ਹੁੰਦੀਆਂ ਨੇ, ਇਹ ਸੰਵਿਧਾਨ ਦੇ ਵਿੱਚ ਸਾਡੇ ਪ੍ਰਾਵਧਾਨ ਹੈ। ਪਰ ਇਹਨਾਂ ਨੇ ਕੀ ਨਹੀਂ ਜੀ, ਵਾਪਸ ਨੋ ਔਰ ਯੈਸ ਔਰ ਨੋ ਲੈ ਕੇ ਬੈਠ ਕੇ ਤਖਤੀ, ਪੂਰੀ ਦਿੱਲੀ ਬੰਦਕ ਬਣਾਈ ਹੋਈ ਹੈ। ਮੈਂ ਇੱਕ ਗੱਲ ਕਹਿਣਾ ਹੁੰਦਾ, ਪੰਜਾਬ ਦੇ ਸਾਡੇ ਕਿਸਾਨਾਂ ਨੇ ਕਣਕ ਬੀਜ ਵੀ ਲਈ, ਕਣਕ ਵੱਢ ਵੀ ਲਈ, ਝੋਨਾ ਬੀਜ ਲਿਆ, ਝੋਨਾ ਵੱਢ ਲਿਆ, ਝੋਨਾ ਵੇਚ ਲਿਆ, ਦੁਬਾਰਾ ਫੇਰ ਤੀਜਾ ਸੀਜ਼ਨ ਆ ਗਿਆ। ਇਹਨਾਂ ਦਾ ਆਪਣਾ ਸਾਡਾ ਬਿਜ਼ਨਸ ਚੱਲੀ ਜਾਂਦਾ। ਮੈਂ ਵੀ ਕਿਸਾਨ ਪਰਿਵਾਰ ਨੂੰ ਬਿਲੋਂਗ ਕਰਦਾ, ਪਰ ਇਹ ਆਪਣਾ ਕੰਮ ਧੰਦਾ ਸਾਡਾ ਚੱਲੀ ਜਾਂਦਾ ਠੀਕ ਠਾਕ। ਉਹ ਵਿਚਾਰੇ ਦੁਕਾਨਦਾਰਾਂ ਦਾ, ਉਹ ਫੈਕਟਰੀ ਵਾਲਿਆਂ ਦਾ ਕੀ ਕਸੂਰ ਹੈ ਜਿਨ੍ਹਾਂ ਨੂੰ ਪਹਿਲਾਂ ਕਰੋਨਾ ਦੀ ਮਾਰ ਪਈ, ਉਸ ਤੋਂ ਬਾਅਦ ਉਹਨਾਂ ਨੂੰ ਜਾ ਕੇ ਵਿਚਾਰਿਆਂ ਨੂੰ ਇਹਨਾਂ ਨੇ ਬੰਦੀ ਬਣਾ ਲਿਆ? ਉਹਨਾਂ ਦਾ ਕੀ ਕਸੂਰ ਹੈ? ਉਹਨਾਂ ਨੇ ਬੱਚੇ ਨਹੀਂ ਪਾਲਣੇ? ਉਹਨਾਂ ਨੇ ਆਪਣਾ ਬਿਜ਼ਨਸ ਨਹੀਂ ਕਰਨਾ? ਉਹਨਾਂ ਦੀਆਂ ਫੈਕਟਰੀਆਂ ਬੰਦ ਹੋਈਆਂ ਪਈਆਂ ਨੇ, ਲੇਬਰ ਉਹਨਾਂ ਦੀ ਵਿਚਾਰੀ ਘੁੰਮ ਕੇ ਆਉਂਦੀ ਹੈ। ਸੋ ਆਪਣੇ ਅਧਿਕਾਰ ਲੈਣ ਦਾ ਸਾਨੂੰ ਹੱਕ ਹੈ, ਪਰ ਦੂਜੇ ਦਾ ਅਧਿਕਾਰ ਜਿੱਥੇ ਤੁਸੀਂ ਜਾ ਕੇ ਉਹਦੇ ਵਿੱਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕਰਦੇ ਹੋ, ਉਹ ਮਾੜਾ ਹੈ, ਗਲਤ ਹੈ। ਜਦੋਂ ਕਿ ਸਸਪੈਂਡਡ ਨੇ ਕਾਨੂੰਨ, ਜਿਹੜੇ ਤਿੰਨੇ ਕਾਨੂੰਨ ਜਿਹੜੇ ਆ ਉਹ ਆਲਰੇਡੀ ਸਸਪੈਂਡਡ ਨੇ। ਉਹਨੂੰ ਕਿਹਾ ਗਿਆ, ਕੋਰਟ ਨੇ ਵੀ ਕਹਿ ਦਿੱਤਾ, ਸੁਪਰੀਮ ਕੋਰਟ ਨੇ ਵੀ ਕਿਹਾ ਕਿ ਇਹ ਲਾਗੂ ਨਹੀਂ ਹੈਗੇ। ਫਿਰ ਕਿਉਂ ਬੈਠੇ ਹੋ ਭਾਈ ਉੱਥੇ? ਇੱਕ ਕਮੇਟੀ ਬਣਾ ਲਓ, 5 ਮੈਂਬਰੀ ਕਮੇਟੀ ਬਣਾ ਲਓ, 7 ਬਣਾ ਲਓ, 10 ਬਣਾ ਲਓ, 11 ਮੈਂਬਰੀ ਬਣਾ ਲਓ, ਬਹਿ ਕੇ ਉਹਦੇ 'ਚ ਤਰਮੀਮਾਂ ਕਰ ਲਓ, ਜੋ ਤਰਮੀਮਾਂ ਕਰਨੀਆਂ ਨੇ ਆਪਣਾ ਠੀਕ ਹੋ ਜਾਏਗਾ। ਸਰਕਾਰ ਤੇ ਓਪਨਲੀ ਬੈਠੀ ਹੈ। ਆਮ ਆਦਮੀ ਪਾਰਟੀ ਤੋਂ ਵੀ ਲੇਡੀ ਨੇ ਅਸਤੀਫਾ ਦੇ ਕੇ ਕਾਂਗਰਸ ਜੁਆਇਨ ਕੀਤਾ। ਕੀ ਇਹ ਖੇਡ ਚੱਲੇ? ਕਦੇ ਕੋਈ ਬੀਜੇਪੀ ਤੋਂ ਅਸਤੀਫਾ ਦੇ ਕੇ ਅਕਾਲੀ ਦਲ 'ਚ ਜਾਂਦਾ, ਕਦੇ ਕੋਈ ਆਮ ਆਦਮੀ ਪਾਰਟੀ ਤੋਂ ਕਾਂਗਰਸ 'ਚ ਜਾਂਦਾ। ਇਹ ਤਾਂ ਜਦੋਂ ਇਲੈਕਸ਼ਨ ਨੇੜੇ ਆਉਂਦੀ ਹੈ ਨਾ, ਆਇਆ ਰਾਮ ਗਿਆ ਰਾਮ, ਇਹ ਚੱਲਦਾ ਹੁੰਦਾ। ਕੋਈ ਇੱਧਰੋਂ ਸੈਟਿਸਫਾਈ ਨਹੀਂ ਆ ਵੀ ਮੈਨੂੰ ਟਿਕਟ ਨਹੀਂ ਮਿਲਣੀ ਆ, ਦੂਜਾ ਕਹਿੰਦਾ ਮੈਨੂੰ ਇੱਧਰੋਂ ਨਹੀਂ ਮਿਲਣੀ। ਉਹ ਇਹਦੇ ਨਾਲ ਫਰਕ ਕਿਸੇ ਨੂੰ ਕੋਈ ਨਹੀਂ ਪੈਂਦਾ। ਮੈਂ ਲੰਬਾ ਚੌੜਾ ਮੈਂ ਤੁਹਾਨੂੰ ਸਹੀ ਦੱਸਾਂ, ਉਹਨੇ ਕੁ ਉੱਧਰੋਂ ਨਿਕਲ ਕੇ ਉੱਧਰ ਚੱਲ ਜਾਂਦੇ ਨੇ, ਉਹਨੇ ਕੁ ਉੱਧਰੋਂ ਨਿਕਲ ਕੇ ਉੱਧਰ ਚੱਲ ਜਾਂਦੇ। ਸੋ ਇਹ ਹਰ ਬੰਦਾ ਆਪਣੀ ਆਪਣੀ ਸੈਟਿਸਫੈਕਸ਼ਨ ਲਈ ਇਹ ਗੱਲਾਂ ਕਰਦਾ। ਜਿਹੜੇ ਕੋਈ ਪਾਏਦਾਨ ਲੋਕ ਨੇ ਉਹ ਆਪਣਾ ਠੀਕ ਠਾਕ ਰਹਿੰਦੇ ਨੇ। ਕੋਈ ਇਹੋ ਜਿਹੀ ਜਿਹੜੀ ਸਰਕਾਰ ਹੈ, ਸਰਕਾਰ ਇਸ ਤਾਕ ਵਿੱਚ ਹੈ ਕਿ ਪੰਜਾਬ ਨੂੰ ਵੀ ਦੂਸਰਾ ਅਫਗਾਨਿਸਤਾਨ ਬਣਾ ਦਿੱਤਾ ਜਾਵੇ, ਜੋ ਇੱਧਰ ਹੋ ਰਿਹਾ ਹੋਵੇ ਇੱਧਰ ਹੋਵੇ। ਕਿਹੜੀ ਸਰਕਾਰ? ਤੁਹਾਡੇ ਮੁਤਾਬਿਕ ਜਿਹੜੀ ਸਰਕਾਰ ਹੈ, ਕੋਈ ਵੀ ਸਰਕਾਰ ਹੈ, ਕਿਸੇ ਪਰਟੀਕੂਲਰ ਸਰਕਾਰ ਨੂੰ ਟਾਰਗੇਟ ਨਹੀਂ ਕਰਾਂਗੇ, ਕਿ ਸਰਕਾਰ ਇਸ ਮੌਕੇ ਦੀ ਤਾਕ ਵਿੱਚ ਹੈ ਕਿ ਪੰਜਾਬ ਨੂੰ ਵੀ, ਦੇਸ਼ ਨੂੰ ਵੀ, ਪੰਜਾਬ ਹੈ ਦੇਸ਼ ਹੈ, ਉਹਨੂੰ ਵੀ ਤਾਲਿਬਾਨ ਜਾਂ ਅਫਗਾਨਿਸਤਾਨ ਬਣਾ ਦਿੱਤਾ ਜਾਵੇ। ਦੇਖੋ, ਜਦੋਂ ਤੱਕ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਦਾ ਨੇਤਰਤਵ ਹੈ, ਉਹ ਇੰਨਾ ਕੁ ਦ੍ਰਿੜ ਨਿਸ਼ਚੇ ਦਾ ਇੱਕ ਪ੍ਰਧਾਨ ਮੰਤਰੀ ਸਾਨੂੰ ਮਿਲਿਆ ਕਿ ਜਿਹਦੇ ਹੁੰਦਿਆਂ ਕਿਸੇ ਦੀ ਹਿੰਮਤ ਨਾ ਹੈਗੀ ਆ, ਨਾ ਕਿਸੇ ਦੀ ਔਕਾਤ ਹੈ ਕਿ ਪੰਜਾਬ ਨੂੰ ਤਾਲਿਬਾਨ ਬਣਾ ਦਿੱਤਾ ਜਾਵੇ ਜਾਂ ਕਸ਼ਮੀਰ ਨੂੰ ਕੋਈ ਇਹੋ ਜਿਹੀ ਉਨੀਕੀ ਕਰ ਦਿੱਤੀ ਜਾਵੇ। ਕਿਸੇ ਦੀ ਜ਼ਰੂਰਤ ਨਹੀਂ ਹੈਗੀ। ਦ੍ਰਿੜ ਨਿਸ਼ਚਾ ਬੈਠਾ ਉੱਥੇ। ਲੜਦੀਆਂ ਫੌਜਾਂ ਹੁੰਦੀਆਂ ਨੇ, ਆਰਮੀ ਸਾਡੀ ਲੜਦੀ, ਆਰਮੀ ਸਾਡੀ ਬਹੁਤ ਸਟਰੋਂਗ ਹੈ। ਪੂਰੇ ਵਰਲਡ ਦੇ ਅੰਦਰ ਸਾਡੀ ਜਿਹੜੀ ਸਾਡੇ ਕੋਲ ਸਕਿੱਲਸ ਨੇ ਪਹਾੜਾਂ ਦੇ ਉੱਤੇ ਲੜਨ ਦੇ ਜਾਂ ਕਿਤੇ ਡੈਜ਼ਰਟ ਦੇ ਵਿੱਚ ਲੜਨ ਦੇ, ਉਹ ਕਿਸੇ ਹੋਰ ਆਰਮੀ ਕੋਲ ਨਹੀਂ ਹੈਗੇ। ਈਵਨ ਅਮਰੀਕਨਸ ਓਡੇ ਐਕਸਪਰਟ ਨਹੀਂ ਹੈਗੇ। ਲੇਕਿਨ ਉਸ ਆਰਮੀ ਦੇ ਪਿੱਛੇ ਜਿਹੜੀ ਰਾਜਨੀਤਿਕ ਇੱਛਾ ਸ਼ਕਤੀ ਹੈ, ਉਹ ਨਰਿੰਦਰ ਮੋਦੀ ਵਰਗਾ ਸਟਰੋਂਗ ਬੰਦਾ ਜਦ ਤੱਕ ਬੈਠਾ, ਸਾਨੂੰ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਸਾਡੇ ਉੱਤੇ ਕੋਈ ਆ ਕੇ ਤਾਲਿਬਾਨ ਇੱਥੇ ਬਣਾ ਜਾਏਗਾ ਜਾਂ ਇੱਥੇ ਕੋਈ ਹੋਰ ਉਨੀਕ ਹੀ ਕਰ ਜਾਏਗਾ। ਸੋ ਮੇਰਾ ਸਪਸ਼ਟ ਮੰਨਣਾ ਹੈ ਕਿ ਜਿਹੜੇ ਐਵੇਂ ਦੀਆਂ ਸੋਚ ਰੱਖਣ ਵਾਲੇ ਕੁਝ ਲੋਕ ਨੇ, ਉਹ ਕੋਸ਼ਿਸ਼ਾਂ ਜ਼ਰੂਰ ਕਰਦੇ ਨੇ ਕਿ ਮਾਹੌਲ ਖ਼ਰਾਬ ਕੀਤਾ ਜਾਵੇ ਦੇਸ਼ ਦਾ, ਲੇਕਿਨ ਮਾਹੌਲ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ। ਕਿਉਂਕਿ ਸਾਨੂੰ ਕਲੀਅਰ ਕੱਟ ਇੰਸਟਰਕਸ਼ਨਸ ਆਉਂਦੀਆਂ। ਕਿੰਨਾ ਕਸਾਵੇ ਦੇ ਗੱਲਾਂ ਹੋਈਆਂ, ਕਦੀ MLA ਦੇ ਕੱਪੜੇ ਪਾੜਦੇ, ਕਿਸੇ ਦੀ ਗੱਡੀ ਭੰਨਤੀ। ਚੰਡੀਗੜ੍ਹ ਸਾਡੇ ਮੇਅਰ ਦੀ ਗੱਡੀ, ਉਹ ਮੇਅਰ ਦੇ ਉੱਤੇ ਅਟੈਕ ਹੋਇਆ। ਪਰ ਚਾਂਸ ਉਹ ਲੇਡੀ ਕਾਂਸਟੇਬਲ ਖੜੀ ਸੀ, ਉਹਨੇ ਬਾਰੀ ਬੰਦ ਕਰਤੀ, ਨਹੀਂ ਤਾਂ ਉਹਦੀ ਵੱਖੀ ਦੇ ਵਿੱਚ ਰੋਡ ਮਾਰਤੀ ਸੀਗੀ। ਅਤੇ ਉਹ
ਸਾਡੇ ਪ੍ਰਧਾਨ ਸੀਗੇ ਸੰਜੇ ਟੰਡਨ ਪੂਰਵ ਪ੍ਰਧਾਨ, ਉਹਨਾਂ ਦੀ ਗੱਡੀ ਭੰਨ ਦਿੱਤੀ ਗਈ ਸਾਰੀ। ਇੱਦਾਂ ਦੇ ਬੜੇ ਅਟੈਕ ਹੋਏ, ਲੇਕਿਨ ਕਿਸੇ ਨੇ ਕੋਈ ਉਹਦਾ ਰਿਐਕਟ ਨਹੀਂ ਕੀਤਾ। ਉੱਥੇ ਲਖੀਮਪੁਰ ਖੀਵੀ ਦੀ ਜਿਹੜੀ ਤੁਸੀਂ ਗੱਲ ਕਰਦੇ ਪਏ ਹੋ, ਮੈਂ ਉਸ ਗੱਲ 'ਚ ਨਹੀਂ ਜਾਂਦਾ ਕਿ ਉਦੋਂ ਹਾਲਾਤ ਕੀ ਸੀਗਾ, ਕਿਉਂ ਹੋਇਆ, ਕਿਵੇਂ ਹੋਇਆ, ਨਾ ਮੈਂ ਉਹਨਾਂ ਨੂੰ ਡਿਫੈਂਡ ਕਰਦਾ। ਜੋ ਘਟਨਾ ਹੋਈ ਮੰਦਭਾਗੀ ਸੀਗੀ, ਲੇਕਿਨ ਉਹ ਗੱਡੀ ਚੜ੍ਹ ਗਈ, ਕੁਛ ਲੋਕ ਥੱਲੇ ਆ ਗਏ। ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਜਿਹੜੇ ਉੱਥੇ ਖੜੇ ਸੀਗੇ, ਕੁੱਟ ਕੇ ਗੱਡੀ 'ਤੇ ਇੱਕ ਡਰਾਈਵਰ ਨੇ ਚੜ੍ਹਾਤੀ ਹੋਊਗੀ, ਜਿਹੜੇ ਬਾਕੀ 3 ਮਾਰੇ ਨੇ ਨਾਲ, ਉਹ ਕੁੱਟ ਕੇ ਮਾਰੇ ਨੇ, ਕਤਲ ਕੀਤਾ, ਬਰੂਟਲ ਕਤਲ ਕੀਤਾ। ਉਹਦੇ ਬਾਰੇ ਕੋਈ ਨਹੀਂ ਬੋਲ ਰਿਹਾ, ਨਾ ਰਾਹੁਲ ਹੋਣੀ ਬੋਲਦੇ, ਨਾ ਕੋਈ ਹੋਰ ਬੋਲਦਾ, ਉਹ ਵੀ ਕਿਸੇ ਮਾਂ ਦੇ ਬੱਚੇ ਸੀਗੇ। ਸੋ ਇਸ ਕਰਕੇ ਇੱਕ ਵਨ ਸਾਈਡਡ ਏਜੰਡਾ ਚਲਾ ਕੇ ਕਿ ਕਿਸੇ ਤਰੀਕੇ, ਕਿਉਂਕਿ ਨਾ ਤਾਂ ਕਰਪਸ਼ਨ ਦਾ ਕੋਈ ਇਲਜ਼ਾਮ ਲਾ ਪਾ ਰਹੇ ਨੇ ਮੋਦੀ ਦੇ ਉੱਤੇ, ਨਾ ਮੋਦੀ ਦੇ ਉੱਤੇ ਕੋਈ ਹੋਰ ਐਵੇਂ ਦਾ ਇਲਜ਼ਾਮ ਜਿਹੜਾ ਵੀ ਲਾਉਣ ਦੀ ਕੋਸ਼ਿਸ਼ ਕਰਦੇ ਉਹ ਸਾਡਾ ਡਿੱਗ ਪੈਂਦਾ ਮੂੰਹ ਦੇ ਮੂੰਹ। ਠੀਕ, ਕਰੋਨਾ ਕਾਲ ਦੇ ਦੌਰਾਨ ਕਿੰਨਾ ਮਿਹਨਤ ਕਿੰਨੀ ਕਰਕੇ ਦੇਸ਼ ਨੂੰ ਬਚਾਉਣ ਵਾਸਤੇ, ਸਾਰਾ ਦੇਸ਼ ਲੋਕਡਾਊਨ ਸੀਗਾ, ਸਾਡੇ ਬੀਜੇਪੀ ਦੇ ਕਾਰਜਕਰਤਾ ਨੂੰ ਆਦੇਸ਼ ਸੀ ਕਿ ਘਰੇ ਨਾ ਬਹਿ ਜਾਓ। ਜਿਹੜਾ ਕੋਈ ਦੁਖੀ, ਕੋਈ ਕਿਤੇ ਦੀ ਘਰੇ ਰੋਟੀ ਨਹੀਂ ਹੈ, ਕਿਸੇ ਦੇ ਘਰੇ ਦਵਾਈ ਨਹੀਂ ਹੈ, ਅਸੀਂ ਆਪ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਦਵਾਈਆਂ ਦਿੰਦੇ ਰਹੇ। ਜਿਹਦੇ ਘਰ ਰੋਟੀ ਨਹੀਂ ਪੱਕ ਰਹੀ, ਕੁਆਰੰਟੀਨ ਨੇ ਸਾਰੇ, ਉਹਨਾਂ ਦੇ ਘਰ 'ਚ ਰੋਟੀ ਪਹੁੰਚਾਉਣ ਦਾ ਕੰਮ ਸਾਡੀ ਪਾਰਟੀ ਇੱਥੇ ਕਰਦੀ ਰਹੀ, ਪੂਰੇ ਦੇਸ਼ 'ਚ। ਇਕੱਲਾ ਚੰਡੀਗੜ੍ਹ ਦੀ ਗੱਲ ਨਹੀਂ ਕਰਦਾ। ਮੇਰਾ ਵਾਰਡ ਹੈ ਚੰਡੀਗੜ੍ਹ ਦੇ ਵਿੱਚ ਸੈਕਟਰ 46 ਔਰ 32, ਇਹਦੇ 'ਚ ਕੋਈ ਐਵੇਂ ਦੀ ਲੇਬਰ ਵਗੈਰਾ ਨਹੀਂ ਰਹਿੰਦੀ, ਔਰ ਉਹਦੇ ਬਾਵਜੂਦ ਮੇਰੇ ਇਸ ਵਾਰਡ ਦੇ ਅੰਦਰ 3 ਕਿਚਨ ਚੱਲੇ ਨੇ ਲਗਾਤਾਰ 48 ਦਿਨ ਤੱਕ, ਪਿਛਲੇ ਸਾਲ ਦੇ ਲੋਕਡਾਊਨ ਦੇ ਅੰਦਰ। ਉਹ 3 ਕਿਚਨ ਦੇ ਵਿੱਚ ਜਿੰਨਾ ਖਾਣਾ ਬਣਦਾ ਸੀ, ਪੈਕ ਹੁੰਦਾ ਸੀਗਾ, ਉਹ ਲੇਬਰ ਕਲੋਨੀਆਂ ਦੇ ਵਿੱਚ ਜਾਂਦਾ ਸੀਗਾ। ਇਸੇ ਤਰ੍ਹਾਂ ਹਰ ਵਾਰਡ ਦੇ ਅੰਦਰ ਇਹ ਵਿਵਸਥਾ ਕੀਤੀ ਗਈ। ਮਤਲਬ ਸੇਵਾ ਹੀ ਸੰਗਠਨ ਦੇ ਕੰਮਾਂ ਨਾਲ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੂਰਾ ਸਾਲ ਲੱਗੀ ਰਹੀ। ਉਸ ਤੋਂ ਬਾਅਦ ਮੈਨੂੰ ਵੀ ਕਰੋਨਾ ਹੋਇਆ, ਅਸੀਂ ਕਿਉਂਕਿ ਘਰ 'ਤੇ ਟੇਕ ਕੇ ਬੈਠਦੇ ਨਹੀਂ ਸੀ, ਅਤੇ 7 ਦਿਨ ਹੌਸਪੀਟਲ ਲਾਏ, ਪਰ ਸੇਵਾ ਕਰਨਾ ਹੀ ਸਾਡਾ ਫਰਜ਼ ਸੀ। ਅਸੀਂ ਇਹ ਮਿਲ ਕੇ ਚੱਲੇ ਸੀਗੇ ਔਰ ਕੀਤਾ ਲਗਾਤਾਰ। ਲੇਕਿਨ ਬਦਨਾਮ ਕਰਨ ਵਾਲੇ ਜਿਹੜੇ ਨੇ, ਉਹ ਕਾਂਗਰਸ ਦਾ ਇੱਕ ਬੰਦਾ ਨਹੀਂ ਦੱਸਿਆ ਉਹਨਾਂ ਦਿਨਾਂ 'ਚ ਬਾਹਰ, ਨਾਮ ਕਿਸੇ ਨੂੰ ਰੋਟੀ ਫੜਾਈ ਹੋਵੇ। ਹਾਂ, ਫੋਟੋ ਖਿਚਾਉਣ ਲਈ ਇੱਕ ਅੱਧੀ ਵਾਰ ਕਰ ਲਿਆ ਹੋਵੇ, ਉਹ ਅਲੱਗ ਚੀਜ਼ ਹੈ। ਉਹ ਫੋਟੋ 'ਚ ਆ ਕੇ, ਕੈਮਰਾ 'ਚ ਆ ਕੇ, ਅਖਬਾਰਾਂ 'ਚ ਪੂਰਾ ਪਬਲਿਸਿਟੀ ਕਰਤੀ, ਲੇਕਿਨ ਕੰਟੀਨਿਊਸਲੀ ਜਿਹੜਾ 48 ਦਿਨ ਤੱਕ ਕੰਮ ਕੀਤਾ, ਭਾਰਤੀ ਜਨਤਾ ਪਾਰਟੀ ਨੇ ਕੀਤਾ। ਸੋ ਇਸ ਕਰਕੇ ਸੱਚਾਈ ਤਾਂ ਇਹ ਹੈ। ਬਾਕੀ ਜੇ ਕੋਈ ਝੂਠ ਦੇ ਉੱਤੇ ਤੁਸੀਂ ਕਿਸੇ ਲੋਕ ਗੁੰਮਰਾਹ ਹੁੰਦੇ ਨੇ, ਅਤੇ ਰੱਬ ਉਹਨਾਂ ਨੂੰ ਸਮੱਤ ਦੇਵੇ। ਮੋਦੀ ਸਾਹਿਬ ਦੀ ਨੀਅਤ ਬਿਲਕੁਲ ਸਾਫ਼ ਸੁਥਰੀ ਹੈ। ਉਹ ਬੰਦਾ ਦਿਨ ਰਾਤ ਕੰਮ 'ਤੇ ਲੱਗਿਆ ਹੋਇਆ, 18 ਘੰਟੇ ਕੰਮ ਕਰਨ ਵਾਲਾ, ਕੋਈ ਰੈਸਟ ਨਹੀਂ। ਅੱਜ ਤੱਕ ਜਿਹਨੇ, ਮੈਂ ਕਹਿੰਦਾ 7 ਸਾਲ ਤਾਂ PM ਬਣੇ ਨੂੰ ਹੋਏ ਆ, ਉਹਨਾਂ ਨੂੰ ਰਾਜਨੀਤਿਕ ਜੀਵਨ ਦੇ ਵਿੱਚ 20 ਸਾਲ ਪੂਰੇ ਹੋ ਚੁੱਕੇ ਆ। 20 ਸਾਲਾਂ 'ਚ ਜਿਹੜੇ ਬੰਦੇ ਨੇ ਕੋਈ ਛੁੱਟੀ ਨਾ ਮਾਰੀ ਹੋਵੇ ਕਿ ਮੈਂ ਤਾਂ ਚੱਲਿਆ ਜੀ ਘੁੰਮਣ ਵਾਸਤੇ, ਉਹਨੇ ਜੇ ਛੁੱਟੀ ਦੀਵਾਲੀ ਵੀ ਮਨਾਉਣੀ ਆ ਤਾਂ ਜਾ ਕੇ ਫੌਜੀਆਂ ਦੇ ਵਿੱਚ ਕਿਸੇ ਨਾ ਕਿਸੇ ਬਾਰਡਰ ਦੇ ਉੱਤੇ, ਉਸ ਬੰਦੇ ਦੀ ਨੀਅਤ 'ਤੇ ਸ਼ੱਕ ਕਰਾਂਗੇ। ਕੰਮ ਹੀ ਨਹੀਂ, ਜਿਹਨੇ ਕਦੀ ਆਪਣੇ ਸੈਲਫਿਸ਼ਨੈਸ ਤਾਂ ਉਹਦੇ ਨੇੜਿਓਂ ਵੀ ਨਹੀਂ ਲੰਘੀ। ਸੇਵਾ 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 ਸੇਵਾ। ਹੁਣ ਸਾਨੂੰ ਫਿਰ ਆਦੇਸ਼ ਆਏ ਨੇ, ਪਿਛਲੇ ਆ ਚਿੱਠੀ ਆਈ ਹੈ ਕਿ ਸੇਵਾ ਹੀ ਸੰਗਠਨ 2, ਸੇਵਾ ਹੀ ਸੰਗਠਨ। ਵੀ ਤੁਸੀਂ ਸੇਵਾ ਕਰੀ ਜਾਣੀ ਹੈ, ਤੁਸੀਂ ਕਦੇ ਇਹ ਨਹੀਂ ਸੋਚਣਾ ਵੀ ਤੁਸੀਂ ਪਤਾ ਨਹੀਂ ਕੀ ਬਣ ਕੇ। ਤੁਸੀਂ ਦੇਖਿਆ ਹੋਣਾ ਸਾਡੇ ਸਾਰੇ ਬੜੇ ਡਾਊਨ ਟੂ ਅਰਥ ਰਹਿੰਦੇ ਨੇ, ਕੋਈ ਫੂਫਾ ਨਹੀਂ ਕਰਦਾ ਜ਼ਿਆਦਾ। ਉਹਦਾ ਕਾਰਨ ਇਹੀ ਹੈ, ਸਾਡੇ ਸੰਸਕਾਰਾਂ ਦੇ ਵਿੱਚ ਹੈ ਕਿ ਸੇਵਾ ਕਰਨ ਲਈ ਬਾਬੇ ਨੇ ਜੇ ਤਾਕਤ ਦਿੱਤੀ ਹੈ, ਕਲਮ ਦੇ ਵਿੱਚ ਕੋਈ ਬਰਕਤ ਬਖਸ਼ੀ ਹੈ, ਅਤੇ ਕਿਸੇ ਦਾ ਭਲਾ ਕਰ ਲਈਏ। ਮੈਂ ਤਾਂ ਹਮੇਸ਼ਾ ਇਹ ਸੋਚਦਾ ਹੁੰਦਾ। ਕਈ ਲੋਕ ਮੈਨੂੰ ਕਹਿੰਦੇ ਜੀ ਆ ਫਲਾਣੇ ਦੀ ਰੇਹੜੀ ਨਜਾਇਜ਼ ਹੈ, ਇਹਨੂੰ ਚੁਕਵਾ ਦਿਓ ਇੱਥੋਂ, ਇਹ ਕਿਵੇਂ ਲਾ ਕੇ ਬੈਠਾ। ਮੈਂ ਕਿਹਾ ਮੈਨੂੰ ਚੁਕਾਉਣ ਲਈ ਨਾ ਕਿਉਂ ਕਿਸੇ ਦੀ। ਜੇ ਉਹ ਗਰੀਬ ਦੇ ਘਰ ਰੋਟੀ ਪੱਕਦੀ ਹੈ ਤਾਂ ਮੈਂ ਨਹੀਂ, ਕੌਣ ਮੇਰੀ ਕਿਉਂ ਔਕਾਤ ਹੈ ਮੈਂ ਉਹਦੀ ਰੋਟੀ ਖਵਾਵਾਂ। ਉਹਨੂੰ ਪਰਮਾਤਮਾ ਨੇ ਦਿੱਤੀ ਹੈ। ਮੇਰੇ ਤੋਂ ਕਿਸੇ ਦਾ ਫਾਇਦਾ ਕਰਾਉਣਾ, ਭਲਾ ਕਰਾਉਣਾ, ਉਹ ਮੈਂ ਕਰ ਸਕਦਾ, ਮੈਂ ਕਿਸੇ ਦਾ ਨੁਕਸਾਨ ਨਹੀਂ ਕਰ ਸਕਦਾ। ਸੋ ਇਹ ਸਾਡੇ ਸੰਸਕਾਰ ਨੇ, ਬੇਸਿਕ ਸੰਸਕਾਰ। ਸੋ ਇਸ ਕਰਕੇ ਜੋ ਜਿਹਨੇ ਬੋਲਣਾ ਉਹ ਬੋਲੀ ਜਾਵੇ, ਜਿਹਨੇ ਸੋਚਣਾ ਉਹ ਸੋਚੀ ਜਾਵੇ, ਲੇਕਿਨ ਅਸਲੀਅਤ ਆ ਹੈ। ਤਾਂ ਤੁਸੀਂ ਦੇਖਿਆ ਸੀ ਕਿ ਮੇਰੇ ਨਾਲ ਬੀਜੇਪੀ ਪ੍ਰਵਕਤਾ ਚੰਡੀਗੜ੍ਹ ਤੋਂ ਗੁਰਪ੍ਰੀਤ ਸਿੰਘ ਢਿੱਲੋਂ ਜੀ, ਜਿਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਜਦੋਂ ਤੱਕ ਦੇਸ਼ ਵਿੱਚ ਹੈਗੇ ਨੇ ਤਾਂ ਉਹ ਦੇਸ਼ ਦਾ ਭਲਾ ਹੀ ਸੋਚਣਗੇ, ਤਾਲੀਬਾਨ ਦੇਸ਼ ਨੂੰ ਨਹੀਂ ਬਣਨ ਦੇਣਗੇ, ਕਿਉਂਕਿ ਉਹਨਾਂ ਅੰਦਰ ਇੱਕ ਸੱਚੀ ਡੈਡੀਕੇਸ਼ਨ ਹੈ, ਸੱਚੀ ਉਹ ਹਰ ਕੰਮ ਕਰਦੇ ਨੇ, ਸੱਚੀ ਮਨਸ਼ਾ ਨਾਲ ਹੀ ਕਰਦੇ ਨੇ। ਪਰ ਲੋਕਾਂ ਦੀ ਸੋਚਣੀ ਹੈਗੀ ਹੈ ਉਹਨਾਂ ਦੇ ਪ੍ਰਤੀ ਉਲਟੀ ਹੈ। ਅਤੇ ਜਿੱਥੇ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੀ ਗੱਲ ਹੈ, ਸਾਂਝੀ ਕਾਨਫਰੰਸ ਨੂੰ ਸਾਂਝੀ ਖਿਚੜੀ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਸਿਰਫ ਮੀਟਿੰਗਾਂ ਹੀ ਕਰਦੇ ਨੇ, ਕੋਈ ਤੋੜ ਹੱਲ ਨਿਕਲਦਾ ਨਜ਼ਰ ਨਹੀਂ ਆਉਂਦਾ। ਤੁਸੀਂ ਵੀ ਕਮੈਂਟਸ ਨੇ ਵਿਚਾਰ ਸਾਂਝੇ ਕਰ ਸਕਦੇ ਹੋ ਕਿ ਨਵਜੋਤ ਸਿੰਘ ਸਿੱਧੂ ਅਤੇ ਚੰਨੀ ਚਾਹੁੰਦੇ ਕੀ ਚਾਹੁੰਦੇ ਨੇ, ਮਸਲੇ ਹੱਲ ਕਰਨਾ ਚਾਹੁੰਦੇ ਨੇ, ਇੰਝ ਹੀ ਕਾਨਫਰੰਸ ਕਰਦੇ ਰਹਿਣਗੇ ਬਜਾਏ ਉਹ ਆਪਣੇ ਸਿਰਫ ਨੰਬਰ ਬਣਾਉਣ ਵਿੱਚ ਲੱਗੇ ਹੋਏ ਨੇ। ਅਤੇ ਤੁਸੀਂ ਨਰਿੰਦਰ ਮੋਦੀ ਜੀ ਬਾਰੇ ਕੀ ਸੋਚ ਰਹੇ ਹੋ, ਕਮੈਂਟਸ ਨਾਲ ਇਸ ਬਾਰੇ ਤੁਸੀਂ ਵਿਚਾਰ ਸਾਂਝੇ ਕਰ ਸਕਦੇ ਹੋ। ਬਣੇ ਰਹੋ ਤੇਜ਼ ਪੰਜਾਬ ਨਿਊਜ਼ ਨਾਲ।